ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸਿਮਰਤ ਅਲੀਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦੇਸ਼ ਵਿਦੇਸ਼ ਦੀਆਂ ਖਬਰਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਬੇਅਦਬੀ ਦੀ ਗੋਲੀकांड ਮਾਮਲਿਆਂ 'ਚ ਫਿਰ ਨਵਾਂ ਮੋੜ। ਕਲੋਜ਼ਰ ਰਿਪੋਰਟ ਦਾਇਰ ਕਰ ਫਸੀ ਸੀਬੀਆਈ, ਫਿਰ ਬਦਲੇ ਸਿੱਟ ਅਤੇ ਜਾਂਚ ਅਧਿਕਾਰੀ। एसजीपीसी ਤੇ ਕੈਪਟਨ ਸਰਕਾਰ ਦੀ ਸਾਂਝ ਆਈ ਫੁੱਟ। ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ। एसजीपीसी ਨੂੰ ਸ਼ੋਭਾ ਨਹੀਂ ਦਿੰਦਾ ਕਿ ਅਕਾਲੀ ਦਲ ਨੂੰ ਸਟੇਜ ਤੇ ਬਿਠਾ ਨਵਾਜਣ। ਚੋਣਾਂ ਦਾ ਬਿਗਲ ਵੱਜਦੇ ਹੀ ਪੱਬਾਂ ਭਰ ਹੋਈਆਂ ਪਾਰਟੀਆਂ। ਅਕਾਲੀ ਕਾਂਗਰਸ ਤੇ ਆਪ ਨੇ ਐਲਾਨੇ ਉਮੀਦਵਾਰ ਜਿੱਤਣ ਲਈ ਸੁੱਟ ਰਹੇ ਨੇ ਇੱਕ ਦੂਜੇ 'ਚ ਚਿੱਕੜ। ਫਿਰ ਪਈ ਕਾਂਗਰਸ 'ਚ ਫੁੱਟ। ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਹੁੰਦੇ ਹੀ ਉੱਠੇ ਬਗਾਵਤੀ ਸੁਰ। ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ। ਬਟਾਲਾ ਫੈਕਟਰੀ ਧਮਾਕੇ 'ਚ ਦੋਸ਼ੀ ਸੱਚ ਉਗਲਣ ਲਈ ਹੋਇਆ ਮਜਬੂਰ। 4 ਦਿਨਾਂ ਦਾ ਪੁਲਿਸ ਰਿਮਾਂਡ ਤੇ ਸਖਤੀ ਨਾਲ ਕੀਤੀ ਜਾਵੇਗੀ ਪੁੱਛਗਿੱਛ। ਵਿਵਾਦਾਂ 'ਚ ਘਿਰੇ ਗੁਰਦਾਸ ਮਾਨ ਨੇ ਪਹਿਲੀ ਵਾਰ ਦਿੱਤੀ ਮੀਡੀਆ ਦੇ ਕੈਮਰੇ ਸਾਹਮਣੇ ਸਫਾਈ। ਕਿਹਾ ਕਿਸੇ ਦੇ ਬੋਲਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਸੀਬੀਆਈ ਵੱਲੋਂ ਬੇਅਦਬੀ ਦੀ ਜਾਂਚ ਨੂੰ ਲੈ ਕੇ ਮੋਹਾਲੀ ਅਦਾਲਤ 'ਚ ਪੇਸ਼ ਕੀਤੀ ਕਲੋਜ਼ਰ ਰਿਪੋਰਟ ਤੇ ਬੁੱਧਵਾਰ ਨੂੰ ਸੁਣਵਾਈ ਹੋਈ, ਜਿਸ 'ਚ ਸੀਬੀਆਈ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਇਸ ਕੇਸ ਲਈ ਇੱਕ ਨਵੀਂ ਸਿੱਟ ਬਣਾਈ ਗਈ ਹੈ, ਜਿਸ ਦਾ ਜਾਂਚ ਅਧਿਕਾਰੀ ਵੀ ਬਦਲਿਆ ਗਿਆ। ਜਿਸ ਦੇ ਚੱਲਦਿਆਂ ਸੀਬੀਆਈ ਦੀ ਦਲੀਲ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਨੇ ਸੀਬੀਆਈ ਨੂੰ 30 ਅਕਤੂਬਰ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਨੇ। ਪੰਜਾਬ ਦੇ ਮੁੱਖ ਮੁੱਦਿਆਂ 'ਚ ਸਭ ਤੋਂ ਵੱਡਾ ਤੇ ਡੂੰਘਾ ਮੁੱਦਾ ਹੈ ਬੇਅਦਬੀ ਤੇ ਗੋਲੀकांड ਮਾਮਲਾ। ਜਿਵੇਂ ਅਕਾਲੀ ਦਲ ਦੇ ਰਾਜ 'ਚ ਹੋਈ ਗੋਲੀकांड ਤੇ ਬੇਅਦਬੀ ਦੇ ਇਨਸਾਫ ਲਈ ਸਿੱਖ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸੇ ਪੰਜਾਬੀ ਅੱਜ ਵੀ ਬਿਲਕ ਰਹੇ ਨੇ। ਪਰ ਇਨਸਾਫ ਦਾ ਕੀ ਮਿਲਣਾ ਸੀ? ਇਸ ਮਾਮਲੇ ਦੀ ਜਾਂਚ ਹਰ ਵਾਰ ਨਵਾਂ ਮੋੜ ਲੈ ਜਾਂਦੀ ਹੈ। ਸੀਬੀਆਈ ਦੇ ਵਿਸ਼ੇਸ਼ ਜੁਡੀਸ਼ੀਅਲ ਮੈਜਿਸਟ੍ਰੇਟ ਜੀ.ਐਸ. ਸੇਖੋ ਨੇ ਬੁੱਧਵਾਰ ਨੂੰ ਸੀਬੀਆਈ ਵੱਲੋਂ ਕੇਸ ਬੰਦ ਕਰਨ ਲਈ ਮੋਹਾਲੀ ਅਦਾਲਤ 'ਚ ਪੇਸ਼ ਕੀਤੀ ਕਲੋਜ਼ਰ ਰਿਪੋਰਟ ਤੇ ਸੁਣਵਾਈ ਕੀਤੀ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਲਈ ਇੱਕ ਨਵੀਂ ਸਿੱਟ ਬਣਾਈ ਗਈ ਹੈ, ਜਿਸ 'ਚ ਜਾਂਚ ਅਧਿਕਾਰੀ ਵੀ ਬਦਲਿਆ ਗਿਆ ਹੈ। ਜਿਸ ਦੇ ਚੱਲਦਿਆਂ ਸੀਬੀਆਈ ਨੇ ਅਦਾਲਤ 'ਚ ਆਪਣੀ ਦਲੀਲ ਦਿੱਤੀ ਕਿ ਕੇਸ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਸਮਝਣਾ ਤੇ ਜਾਂਚਣ ਦੀ ਲੋੜ ਹੈ, ਜਿਸ ਕਾਰਨ ਬਹਿਸ ਕਰਨ ਲਈ 1 ਮਹੀਨੇ ਦਾ ਸਮਾਂ ਦਿੱਤਾ ਜਾਵੇ। ਜਿਸ ਦੇ ਚੱਲਦਿਆਂ ਅਦਾਲਤ ਨੇ ਸੀਬੀਆਈ ਨੂੰ 30 ਅਕਤੂਬਰ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਨੇ। ਉਧਰ ਸੀਬੀਆਈ ਦੀ ਅਪੀਲ ਤੇ ਸ਼ਿਕਾਇਤਕਰਤਾ ਗੋਰਾ ਤੇ ਰਣਜੀਤ ਸਿੰਘ ਦੇ ਵਕੀਲ ਗਗਨਪ੍ਰਦੀਪ ਬੱਲ ਨੇ ਕਿਹਾ ਕਿ ਸੀਬੀਆਈ ਨੇ 7 ਮੁਲਜ਼ਮਾਂ ਦੀ ਰਿਪੋਰਟ ਆਉਣ ਤੇ ਬਗੈਰ ਕਲੋਜ਼ਰ ਰਿਪੋਰਟ ਕਿਵੇਂ ਤਿਆਰ ਕੀਤੀ। ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਵਾਰ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਹੈ। ਹੁਣ ਕੇਸ ਉਸ ਕੋਲ ਨਹੀਂ ਜਾਣਾ ਚਾਹੀਦਾ, ਬਲਕਿ ਜਾਂਚ ਸਿੱਟ ਤੋਂ ਹੀ ਕਰਵਾਉਣੀ ਚਾਹੀਦੀ ਹੈ। ਇੱਕ ਦਿਨ ਐਪਲੀਕੇਸ਼ਨ ਸੀਗੀਆਂ ਜੀ। ਇੱਕ ਐਪਲੀਕੇਸ਼ਨ ਸੀਗੀ ਸੀਬੀਆਈ ਦੀ ਸੈਕਸ਼ਨ 173 ਸਬ ਕਲਾਸ 8 ਸੀਆਰਪੀਸੀ, ਜਿੱਥੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਫਰਦਰ ਇਨਵੈਸਟੀਗੇਟ ਕਰਨਾ ਚਾਹੁੰਦੇ ਨੇ ਕਿ ਉਹਨਾਂ ਨੂੰ ਫਰਦਰ ਇਨਵੈਸਟੀਗੇਸ਼ਨ ਕਰਨ ਵਾਸਤੇ ਮੈਟਰ ਨੂੰ ਰੈਲੀਗੇਟ ਕੀਤਾ ਜਾਵੇ ਤੇ ਪ੍ਰੋਸੀਡਿੰਗ ਜਿਹੜੀ ਆਨਰੇਬਲ ਕੋਰਟ ਵਿੱਚ ਹੋਈ ਹੈ ਤੇ ਉਹਨੂੰ ਅਬੇਅੰਸ ਰੱਖਿਆ ਜਾਵੇ। ਇੱਕ ਐਪਲੀਕੇਸ਼ਨ ਇੱਕ ਹੋਰ ਕੰਪਲੇਨੈਂਟ ਵੱਲੋਂ ਸੀ। ਬਾਕੀਆਂ ਵੱਲੋਂ ਤਾਂ ਮੈਨੂੰ ਪਤਾ ਨਹੀਂ ਹਾਲੇ ਕਿਹੜੀ ਐਪਲੀਕੇਸ਼ਨ ਦਾ ਜਵਾਬ ਆਇਆ ਹੈ, ਬਟ ਜਿਹੜੀ ਇੱਕ ਹਰਬੰਸ ਸਿੰਘ ਜਲਾਲ ਜੀ ਦੀ ਐਪਲੀਕੇਸ਼ਨ ਸੀਗੀ ਕਿ ਉਹਨਾਂ ਦਾ ਲੋਕਸ ਹੈ ਤੇ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ, ਕਾਫੀ ਐਲੀਗੇਸ਼ਨਸ ਰੇਜ਼ ਕੀਤੇ ਸੀ SIT ਤੇ ਹੋਰ ਪੋਲੀਟੀਕਲ ਲੀਡਰਸ ਦੇ ਖਿਲਾਫ। ਉਹਦੇ ਐਪਲੀਕੇਸ਼ਨ ਦਾ ਅਸੀਂ ਰਿਸਪੌਂਸ ਦੇ ਰਹੇ ਹਾਂ। ਵੀ ਆਰ ਅਪੋਜ਼ਿੰਗ ਇਟ ਐਂਡ ਅਸੀਂ ਉਹ 'ਚ ਵੀ ਕਿਹਾ ਹੈਗਾ ਕਿ ਉਹਨਾਂ ਦਾ ਲੋਕਸ ਨਹੀਂ ਹੈ ਐਂਡ ਹੀ ਇਜ਼ ਟ੍ਰਾਈਂਗ ਟੂ ਡੈਨੀਗ੍ਰੇਟ ਦ SIT ਐਂਡ ਅਦਰ ਪੋਲੀਟੀਕਲ ਲੀਡਰਸ ਜਿਹੜੇ ਉਹਨਾਂ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ ਇਹਨਾਂ ਦੇ ਨਾਮ ਲਿੱਤੇ ਹੈਗੇ। ਇੱਕ ਤਾਂ ਉਹ ਅਸੀਂ ਲਗਾ ਰਹੇ ਹੈਗੇ ਹਾਂ। ਅਸੀਂ ਇਹ ਆਬਜੈਕਸ਼ਨ ਲੈ ਰਹੇ ਹਾਂ ਕਿ ਜਦੋਂ ਕਲੋਜ਼ਰ ਰਿਪੋਰਟ ਲਗਾਈ ਸੀਗੀ ਐਟ ਦੈਟ ਪੁਆਇੰਟ ਆਫ ਟਾਈਮ, ਇਹਦਾ ਮਤਲਬ ਇਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਆਸਪੈਕਟਸ, ਐਵੀਡੈਂਸਿਸ, ਇਨਪੁਟਸ ਤੇ ਲੀਡਸ ਉਹ ਵੀ ਐਗਜ਼ਾਮਿਨ ਕਰਨ ਵਾਲੀਆਂ ਨੇ। ਮੀਨਸ ਦੇ ਵਰ ਨਾਟ ਵੈਰੀ ਸੀਰੀਅਸ। ਤੇ ਇਹਨਾਂ ਨੇ ਸਿੰਪਲੀ ਜਿਹੜੀਆਂ 3-4 ਜਿਹੜੀਆਂ ਪੋਲੀਗ੍ਰਾਫਿਕ ਟੈਸਟ, ਲਾਈ ਡਿਟੈਕਸ਼ਨ ਟੈਸਟ, ਲੇਅਰਡ ਵੌਇਸ ਸੈਂਪਲਿੰਗ ਟੈਸਟ, ਇਹ 3-4 ਆਸਪੈਕਟਸ ਬਿਯੋਂਡ ਦੈਟ ਇਹ ਕਹਿਤਾ ਕਿ ਜੀ 10 ਲੱਖ ਦਾ ਰਿਵਾਰਡ ਨਹੀਂ ਲਿੱਤਾ ਕਿਸੇ ਨੇ, ਅੱਗੇ ਕੁਛ ਨਹੀਂ ਕਿਹਾ। ਇੱਕ ਆਲਟਰ ਕਾਰ ਦੀ ਸੇਲ ਸਬਸੀਕੁਐਂਟਲੀ ਹੋਈ ਹੈ ਐਂਡ ਫਿਊ ਆਸਪੈਕਟ ਨਾਲ ਇਹਨਾਂ ਨੇ ਸਾਰਾ ਕਲੋਜ਼ਰ ਰਿਪੋਰਟ ਸਬਮਿਟ ਕਰ ਦਿੱਤੀ। ਉਸ ਕਲੋਜ਼ਰ ਰਿਪੋਰਟ 'ਚ ਇਹਨਾਂ ਨੇ ਇੱਕ ਆਸਪੈਕਟ ਹੋਰ ਲਿੱਤਾ। ਦੇ ਸੈਡ ਕਿ ਜੀ ਕੁਛ ਅਕਿਊਜ਼ ਦੀਆਂ ਜਿਹੜੀ ਟੈਸਟਸ ਹੈਗੇ ਨੇ ਉਹਨਾਂ ਦੀ ਰਿਪੋਰਟਸ ਹਾਲੀ ਆਉਣੀਆਂ ਬਾਕੀ ਨੇ। ਦੈਨ ਵਾਟ ਵਾਜ਼ ਦਾ ਹਰੀ ਫॉर द CBI ਟੂ ਫਾਈਲ ਦ ਕਲੋਜ਼ਰ ਰਿਪੋਰਟ। ਤੇ ਆ ਕਿ ਜਿਹੜੀ CBI ਡੋ ਇਟ ਸੇਜ਼ ਇਹ CBI ਕੋਰਟ ਹੀ ਹੈ। ਪਹਿਲੀ ਗੱਲ ਤਾਂ CBI ਇਜ਼ ਡੀ ਨੋਟੀਫਾਈਡ under the law. We will make our submissions that CBI couldn't have nudged it forward. Secondly, ਜਿਹੜੀ ਸਟੇਟ ਆਫ ਪੰਜਾਬ ਦੀ SIT ਨੇ ਜੋ ਐਗਜ਼ਾਮਿਨ ਕਰ ਲਿਆ ਉਹ ਚਾਰजेस ਫਰੇਮ ਹੋ ਗਏ ਨੇ। ਹੁਣ CBI ਐਟ ਦਿਸ ਸਟੇਜ ਜੇ ਇਨਵੈਸਟੀਗੇਟ ਕਰਦੀ ਹੈ ਉਹ ਸਭ ਕੁਝ ਪਹਿਲਾਂ ਵਿਸ਼ੀ ਵਾਸ਼ੀ ਰਿਪੋਰਟ ਹੈ, ਇਟਸ ਸ਼ਾਰਟੀ, ਉੱਦਾਂ ਦੀ ਰਿਪੋਰਟ ਫੇਰ ਆ ਜਾਏਗੀ।
So this ought not to be sent to the CBI, and it should be processed with the SIT. And moreover, when the CBI files its closure report, ਉਸ ਤੋਂ ਬਾਅਦ ਕੁਛ ਨਹੀਂ ਹੈਗਾ, ਲੀਡ ਪੰਜਾਬ ਗਵਰਨਮੈਂਟ ਕੋਲ ਹੈ, and already there is a finding that there is a denotification is on record, then the matter should have been sent to the SIT. But now it's a CBI court. We have taken our legal submissions therein that though this court has been constituted as a special court for CBI, but when the CBI is denotified, then the issue of jurisdiction on all these aspects would have to be taken care of, and we will make our submissions therein. ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਤੇ ਐਸਜੀਪੀਸੀ ਨੇ ਇੱਕ ਮੀਟਿੰਗ ਕਰ ਇਸ ਖੁਸ਼ੀ ਦੇ ਦਿਹਾੜੇ ਨੂੰ ਇਕਜੁੱਟ ਹੋ ਮਨਾਉਣ ਤੇ ਸਾਂਝੀ ਸਟੇਜ ਲਗਾਉਣ ਦਾ ਫੈਸਲਾ ਕੀਤਾ ਸੀ। ਪਰ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੀ ਇਸ ਸਾਂਝ 'ਚ ਦਰਾਰ ਆਉਣੀ ਸ਼ੁਰੂ ਹੋ ਚੁੱਕੀ ਹੈ। ਜੀ ਹਾਂ, ਕਾਂਗਰਸੀ ਲੀਡਰ ਸੁਖਜਿੰਦਰ ਰੰਧਾਵਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਲਿਖੀ ਹੈ ਤੇ ਐਸਜੀਪੀਸੀ ਉੱਪਰ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਚੱਲਣ ਦੇ ਦੋਸ਼ ਲਗਾਏ ਨੇ। ਜਿਹੜੀ ਅਕਾਲੀ ਦਲ ਨੇ ਬੇਅਦਬੀ ਤੇ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ, ਉਹਨਾਂ ਨੂੰ ਸਟੇਜ ਤੇ ਬਿਠਾ ਨਵਾਜਣਾ ਐਸਜੀਪੀਸੀ ਨੂੰ ਸ਼ੋਭਾ ਨਹੀਂ ਦਿੰਦਾ। ਇਹ ਕਹਿਣਾ ਹੈ ਕਾਂਗਰਸੀ ਲੀਡਰ ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ। ਅਸਲ 'ਚ ਬੀਤੀ 17 ਤਰੀਕ ਨੂੰ ਮੌਕੇ ਦੀ ਪੰਜਾਬ ਸਰਕਾਰ ਤੇ ਐਸਜੀਪੀਸੀ ਨੇ ਇੱਕ ਮੀਟਿੰਗ ਕੀਤੀ ਸੀ, ਜਿਸ 'ਚ ਫੈਸਲਾ ਲਿਆ ਗਿਆ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਇਕਜੁੱਟ ਹੋ ਕੇ ਮਨਾਵਾਂਗੇ ਤੇ ਸਾਂਝੀ ਸਟੇਜ ਲੱਗੇਗੀ। ਜਿਸ ਤੋਂ ਬਾਅਦ ਸਿੱਖਾਂ ਨੇ ਇਸ ਫੈਸਲੇ ਨੂੰ ਲੈ ਕੇ ਆਪਣੇ ਬਗਾਵਤੀ ਸੁਰ ਸ਼ੁਰੂ ਕਰ ਦਿੱਤੇ, ਜਿਸ ਦਾ ਨਤੀਜਾ ਹੈ ਕਿ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੀ ਸਾਂਝ 'ਚ ਦਰਾਰ ਪਾਉਣੀ ਸ਼ੁਰੂ ਹੋ ਚੁੱਕੀ ਹੈ। ਜੀ ਹਾਂ, ਬੀਤੇ ਦਿਨ ਹੀ ਕਾਂਗਰਸੀ ਲੀਡਰ ਸੁਖਜਿੰਦਰ ਰੰਧਾਵਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਲਿਖੀ, ਜਿਸ 'ਚ ਹਲੇ ਤੱਕ ਉਹਨਾਂ ਨੂੰ ਜਵਾਬ ਨਹੀਂ ਆਇਆ। ਰੰਧਾਵਾ ਸਾਹਿਬ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ, ਕਿਉਂਕਿ ਕੈਪਟਨ ਸਰਕਾਰ ਨੂੰ ਨਾਲ ਲੈ ਕੇ ਨਹੀਂ ਚੱਲ ਰਹੀ, ਜਿਸ ਦੇ ਚੱਲਦਿਆਂ ਰੰਧਾਵਾ ਸਾਹਿਬ ਨੇ ਮੁੜ ਚਿੱਠੀ ਲਿਖੀ ਹੈ। ਰੰਧਾਵਾ ਸਾਹਿਬ ਦੀ ਅਸਲ ਨਾਰਾਜ਼ਗੀ ਦਾ ਕਾਰਨ ਕੀ ਹੈ, ਸੁਣੋ ਰੰਧਾਵਾ ਦੀ ਜ਼ੁਬਾਨੀ। 23 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ ਸਾਰੇ ਮੀਟਿੰਗ 'ਚ ਬੈਠੇ ਨੇ, ਉਹਦੀ ਪ੍ਰਧਾਨਗੀ ਜਥੇ ਸਾਹਿਬ ਨੇ ਕੀਤੀ ਤੇ ਉਹਨਾਂ ਨੇ ਆਖਿਆ ਕਿ ਜਿੰਨੇ ਤੁਸੀਂ ਇਹ ਜਿਹੜੀ ਸਰਕਾਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿਹੜੇ ਰਲ ਕੇ ਪ੍ਰੋਗਰਾਮ ਜਿਹੜੇ ਤੈਅ ਕਰੋ, ਜਿਨ੍ਹਾਂ ਨੂੰ ਸੱਦਾ ਪੱਤਰ ਭੇਜਣਾ, ਇਹ ਸੱਦਾ ਪੱਤਰ ਦੋਨੋਂ ਇਲੈਕਟਡ ਬਾਡੀ ਇਹ ਤਿਆਰੀ ਕਰਕੇ ਉਹਨਾਂ ਨੂੰ ਕਰਨ। ਤੇ ਉਹਦੇ ਤੋਂ 2 ਦਿਨ ਬਾਅਦ ਹੀ ਇਹਨਾਂ ਨੇ ਉਸ ਵੇਲੇ ਪ੍ਰਧਾਨ ਮੰਤਰੀ ਨੂੰ ਸੁਖਬੀਰ ਸਿੰਘ ਦੀ ਰਹਿਨਮਾਈ 'ਚ ਜਾ ਕੇ ਸੱਦਾ ਪੱਤਰ ਦਿੱਤਾ। ਉਹਦੇ 'ਚ ਸਰਕਾਰ ਨੂੰ ਬਿਲਕੁਲ ਉਹਨਾਂ ਨੇ ਇਹ ਕੌਨਫੀਡੈਂਸ ਵਿੱਚ ਨਹੀਂ ਲਿਆ ਔਰ ਪਹਿਲੀ ਚੀਜ਼ ਜਿਹੜੀ ਪਹਿਲੇ ਦਿਨ ਹੀ ਪਹਿਲੀ ਮੀਟਿੰਗ ਤੋਂ ਬਾਅਦ ਹੀ ਜਥੇਦਾਰ ਅਕਾਲ ਤਖਤ ਦੇ ਹੁਕਮਾਂ ਦੀ ਜਿਹੜੀ ਉਲੰਘਣਾ ਕੀਤੀ ਗਈ। ਮੈਂ ਉਸ ਟਾਈਮ ਵੀ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਸੀ, ਉਹਦਾ ਮੇਰਾ ਜਵਾਬ ਨਹੀਂ ਦਿੱਤਾ ਤੇ ਮੇਰਾ ਖਿਆਲ ਹੈ ਕਿ ਜਥੇਦਾਰ ਸਾਹਿਬ ਇਸ ਮੇਰੀ ਚਿੱਠੀ ਦਾ ਵੀ ਜਵਾਬ ਨਹੀਂ ਦੇਣਗੇ, ਕਿਉਂਕਿ ਉਹਨਾਂ ਨੇ ਜਵਾਬ ਨਾ ਦੇਣਾ ਉਹਨਾਂ ਦੀ ਮਜਬੂਰੀ ਵੀ ਮੈਂ ਸਮਝ ਸਕਦਾ। ਮਜਬੂਰੀਆਂ ਹੋ ਸਕਦੀਆਂ ਨੇ, ਪਰ ਇੱਥੇ ਜੋ ਗੁਰੂ ਨਾਨਕ ਸਾਹਿਬ ਦਾ ਇਹ ਸ਼ਤਾਬਦੀਆਂ ਆ ਰਹੀਆਂ ਨੇ, ਅਰਧ ਸ਼ਤਾਬਦੀ ਜਿਹੜੀ ਆ, ਇਹਦੇ 'ਚ ਜਥੇਦਾਰ ਸਾਹਿਬ ਨੂੰ ਇਹ ਆਪਣੀ ਹੁਣ ਹੋਂਦ ਦੱਸਣੀ ਪਏਗੀ ਔਰ ਜੋ ਉਹਨਾਂ ਨੇ ਕਿਹਾ ਸੀ ਕਿ ਸਾਂਝੇ ਕੀਤੇ ਜਾਣ 17 ਜੂਨ ਨੂੰ ਉਹਨਾਂ ਦੇ ਹੁਕਮਾਂ ਮੁਤਾਬਕ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਭੇਜਿਆ। ਉੱਥੇ ਸਾਡੀਆਂ ਕਾਫੀ ਗੱਲਾਂ ਹੋਈਆਂ, ਉੱਥੇ ਇਹ ਵੀ ਹੋਇਆ ਕਿ ਸਾਰੇ ਇਕੱਠੇ ਜਿਹੜੇ ਜਾ ਕੇ ਆਪਾਂ ਇਨਵਾਈਟ ਕਰਾਂਗੇ ਔਰ ਮੈਂ ਉਹਨਾਂ ਨੂੰ ਇਹ ਵੀ ਨਾਲ ਕਿਹਾ ਕਿ ਮੈਂ ਸਾਡੇ ਡੇਰਾ ਬਾਬਾ ਨਾਨਕ 19 ਤਰੀਕ ਨੂੰ ਕੈਬਨਿਟ ਦੀ ਮੀਟਿੰਗ ਹੋ ਰਹੀ ਆ, ਉਹਦੇ ਸਾਰੀ ਮੀਟਿੰਗ ਦੇ ਵਿੱਚ ਮੈਂ ਤੁਹਾਡੀਆਂ ਗੱਲਾਂ ਕੈਬਨਿਟ ਦੇ ਅੱਗੇ ਮੁੱਖ ਮੰਤਰੀ ਸਾਹਿਬ ਦੇ ਅੱਗੇ ਰੱਖ ਦਿਆਂਗਾ ਔਰ ਉਹਦੇ ਮੁਤਾਬਕ ਫਿਰ ਤੁਹਾਡੇ ਨਾਲ ਦੁਬਾਰਾ ਮੀਟਿੰਗ ਕਰਕੇ ਆਪਾਂ ਇਕੱਠੇ ਹੋ ਕੇ ਕੰਮ ਕਰਨ ਲਈ ਤਿਆਰ ਆ। ਇਹ ਲੌਂਗੋਵਾਲ ਸਾਹਿਬ ਦੀ ਮਜਬੂਰੀ ਆ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਆਕਾ ਨੇ ਅਪੁਆਇੰਟਿੰਗ ਅਥਾਰਟੀ ਜਿਹੜੀ ਆ ਉਹਨਾਂ ਨੂੰ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਮੈਂ ਤੇ ਬਿਲਕੁਲ ਉਸ ਦਿਨ ਵੀ ਕਿਹਾ ਸੀ ਕਿ ਤੁਸੀਂ ਆਪਣੇ ਅਥਾਰਟੀ ਦਿਖਾਓ ਤੇ ਉਹਨਾਂ ਦੇ ਮੁਤਾਬਕ ਜੇ 17 ਨੂੰ ਮੈਂ ਜਾ ਕੇ ਆਇਆ ਤੇ 2 ਦਿਨ ਬਾਅਦ ਉਹ ਫਿਰ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ 5 ਮੈਂਬਰੀ ਜਿਹੜੀ ਤਾਲਮੇਲ ਕਮੇਟੀ ਆ, ਤੁਸੀਂ ਮੈਨੂੰ ਨਹੀਂ ਸੱਦਣਾ ਜਾਂ ਸਰਕਾਰ ਦੇ 2 ਨੁਮਾਇੰਦੇ ਨਹੀਂ ਸੱਦਣੇ, ਜਿਹੜੇ 5ਵੇਂ ਨਿਹੰਗ ਜਥੇਬੰਦੀਆਂ ਵੱਲੋਂ ਪਾਇਆ ਸੀ ਉਹਨਾਂ ਨੂੰ ਨਾਲ ਲੈ ਕੇ ਚਲੇ ਜਾਂਦੇ ਤੇ ਜਿਹੜੀ ਜਥੇਦਾਰ ਸਾਹਿਬ ਨੇ 5ਵਾਂ ਆਦਮੀ ਅਪੁਆਇੰਟ ਕੀਤਾ ਉਹਨੂੰ ਹੀ ਲੈ ਕੇ ਚਲੇ ਜਾਂਦੇ। ਇਹਨਾਂ ਨੇ ਉਸ ਦਿਨ ਇਹ ਵਾਇਲੇਸ਼ਨ ਕੀਤੀ ਆ ਔਰ ਜਿਹੜੀ ਕਿ ਸਰਕਾਰ ਦੇ ਨਾਲ ਮਨਾਉਣ ਦੇ ਜਿਹੜੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਕਹਿ ਰਹੇ ਹਾਂ ਸਰਕਾਰ ਭੱਜ ਰਹੀ ਹੈ, ਸਰਕਾਰ ਬਿਲਕੁਲ ਨਹੀਂ ਭੱਜ ਰਹੀ। ਜੇ ਭੱਜ ਰਹੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਕਹਿਣ 'ਤੇ ਉਹ ਭੱਜ ਰਹੇ ਨੇ। ਤੇ ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਜਿਹੜੇ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਚ ਜਿਨ੍ਹਾਂ ਨੇ ਬੇਅਦਬੀ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਤੇ ਉਹਨਾਂ ਬੰਦਿਆਂ ਨੂੰ ਸਟੇਜ 'ਤੇ ਬਿਠਾ ਕੇ ਨਵਾਜਣਾ,
ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ੋਭਾ ਨਹੀਂ ਦਿੰਦਾ। ਇੱਕ ਗਲਤ ਪਰੰਪਰਾ ਜਿਹੜੀ ਆ ਕਿ ਉਹਨਾਂ ਨੂੰ ਕਰਨਾ ਚਾਹੁੰਦੇ ਆ ਔਰ ਸਿਰਫ ਤੇ ਸਿਰਫ ਬਾਦਲ ਪਰਿਵਾਰ ਇਸੇ ਕਰਕੇ ਸੈਬੋਟੇਜ ਕਰ ਰਿਹਾ ਕਿ ਉਸ ਸਟੇਜ ਤੇ ਜਿਹੜੀ ਆ ਉਹ ਸਾਡਾ ਕਬਜ਼ਾ ਹੋਵੇ ਔਰ ਥਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ। ਇਹ ਉਹਨਾਂ ਦੇ ਦਿਮਾਗ 'ਚ ਆ। ਇਹ ਮੈਂ ਅੱਜ ਵੀ ਕਹਾਂਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿ ਇਹਨਾਂ ਚੀਜ਼ਾਂ ਨੂੰ ਛੱਡ ਕੇ ਜਿਹੜੀ ਮੈਂ ਚਿੱਠੀ ਦਿੱਤੀ ਆ ਇਹਦੇ ਬਾਰੇ ਕਿਰਪਾ ਕਰਕੇ ਮੇਰੀ ਇਸ ਲੈਟਰ ਦਾ ਜਵਾਬ ਜ਼ਰੂਰ ਦੇਣ ਔਰ ਜਿਹੜੇ ਵਿੱਚ ਜਿਹੜਾ ਬੰਦਾ ਜਿਨਨੇ ਇਹਨਾਂ ਤੋਂ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਆ ਉਹਨਾਂ ਨੂੰ ਬੁਲਾ ਕੇ ਤਾੜਨਾ। ਜੇ ਆਪਾਂ ਕਰ ਲਈਏ ਕਿ ਉਹਨਾਂ ਦੇ ਸਿਰ ਚੜ੍ਹ ਕੇ ਹੰਕਾਰ ਬੋਲ ਰਿਹਾ। ਪਿੱਛੇ ਤੁਸੀਂ ਵੀ ਵੇਖਿਆ ਹੋਣਾ ਕਿ ਸੁਖਬੀਰ ਬਾਦਲ ਚੈਨਲ 'ਤੇ ਕਹਿ ਰਿਹਾ ਕਿ ਰੰਧਾਵੇ ਵਰਗੇ ਝਾੜੂ ਮਾਰਦੇ ਤੇ ਬੂਟੇ ਲਾਉਣਗੇ। ਇਹ ਕਿਹਾ ਸੀ ਤੁਹਾਨੂੰ ਪਤਾ। ਤੇ ਅਸੀਂ ਅੱਜ ਵੀ ਝਾੜੂ ਮਾਰਾਂਗੇ ਤੇ ਬੂਟੇ ਲਾਵਾਂਗੇ। ਪਰ ਇਹ ਜ਼ਰੂਰ ਹੈ ਕਿ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਆ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਕੀ ਉਹਦੇ 'ਚ ਕੀ ਲਿਖਿਆ, ਕਿੰਨੇ ਉਲੰਘਣਾ ਕੀਤੀ ਆ? ਅਸੀਂ ਤਾਂ ਕੀਤੀ ਨਹੀਂ। ਕੀਤੀ ਉਲੰਘਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਅਕਾਲੀ ਦਲ ਦੇ ਕਹਿਣ 'ਤੇ ਕਰ ਰਹੀ ਹੈ। ਅਸੀਂ ਤਾਂ ਨਿਊ ਕੇ ਚੱਲੇ ਹਾਂ। ਜੋ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਉਹਦੇ 'ਤੇ ਅਸੀਂ ਚੱਲੇ ਹਾਂ। ਕੌਣ ਕਿੰਨੇ ਉਲੰਘਣਾ ਕੀਤੀ ਆ? ਉਲੰਘਣਾ ਕੀਤੀ ਆ ਉਹਨਾਂ ਨੇ। ਅਸੀਂ ਤਾਂ ਨਿਊ ਕੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਕਿ ਸੁਖਬੀਰ ਬਾਦਲ ਨੇ ਜਿਹੜੀ ਹੰਕਾਰ 'ਚ ਗੱਲ ਕਹੀ ਹੈ ਕਿ ਰੰਧਾਵੇ ਵਰਗੇ ਬੂਟਿਆਂ ਨੂੰ ਪਾਣੀ ਪਾਉਣਗੇ ਤੇ ਸੜਕਾਂ ਦੀ ਸਫਾਈ ਕਰਨਗੇ, ਇਹਦਾ ਮਤਲਬ ਅਸੀਂ ਤਾਂ ਨਿਊ ਕੇ ਚੱਲਣ ਦੀ ਉਹ ਹੰਕਾਰ ਦੀ ਗੱਲ ਕਰ ਰਿਹਾ। ਅਸੀਂ ਨਿਮਰਤਾ ਦੀ ਗੱਲ ਕਰ ਰਹੇ ਹਾਂ। ਇਹ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਨੇ ਵੇਖਣਾ ਕਿ ਉਹਨਾਂ ਨੇ ਜੋ ਕਿਹਾ ਸੀ ਉਹਨਾਂ ਦੀ ਹੁਕਮਦੁਲੀ ਕੀਤੀ ਗਈ ਹੈ, ਉਹਦੇ ਤੇ ਉਹ ਜਵਾਬ ਦੇਣ। ਜਿਮਨੀ ਚੋਣਾਂ ਦਾ ਬਿਗਲ ਵੱਜਦੇ ਹੀ ਸਾਰੀ ਪਾਰਟੀਆਂ ਪੱਬਾਂ ਪਾਰ ਹੋ ਚੁੱਕੀਆਂ ਨੇ ਤੇ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ, ਜਿਹਦੇ ਚੱਲਦੇ ਕਾਂਗਰਸ ਤੇ ਅਕਾਲੀ ਤੋਂ ਬਾਅਦ ਹੁਣ ਵਿਰੋਧੀ ਧਿਰ ਆਪ ਨੇ ਵੀ ਆਪਣੇ ਪੱਤੇ ਖੋਲਦੇ ਹੋਏ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ 21 ਅਕਤੂਬਰ ਨੂੰ ਜਿਮਨੀ ਚੋਣਾਂ ਹੋਣਗੀਆਂ ਤੇ 24 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਦਾ ਵਿਗਲ ਵੱਜਦੇ ਹੀ ਸਾਰੀ ਪਾਰਟੀਆਂ ਪੱਬਾਂ ਪਾਰ ਹੋ ਚੁੱਕੀਆਂ ਨੇ ਤੇ ਲੋਕਾਂ ਨੂੰ ਆਪਣੇ ਵੱਲ ਕਰਨ ਲਈ ਇਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਰੱਖਿਆ। ਜੀ ਹਾਂ, ਕਾਂਗਰਸ ਤੇ ਅਕਾਲੀਆਂ ਤੋਂ ਬਾਅਦ ਹੁਣ ਵਿਰੋਧੀ ਧਿਰ ਆਪ ਨੇ ਵੀ ਆਪਣੇ ਪੱਤੇ ਖੋਲਦੇ ਹੋਏ ਉਮੀਦਵਾਰਾਂ ਦਾ ਐਲਾਨ ਕਰ ਹੀ ਦਿੱਤਾ। ਇਹ ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੀਆਂ। ਹਰ ਇੱਕ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਤੇ ਤੁਲਿਆ ਹੋਇਆ, ਪਰ ਲੋਕਾਂ ਨੂੰ ਸਭ ਪਤਾ ਹੈ ਕਿ ਕੌਣ ਕਿੰਨੇ ਪਾਣੀ 'ਚ ਹੈ। ਜ਼ਿਕਰ ਹੋ ਗਿਆ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ, ਜਿਸ ਦੇ ਚੱਲਦੇ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਹੀ ਦਿੱਤਾ। ਤੁਹਾਨੂੰ ਦੱਸਦੇ ਹਾਂ ਕਿ ਕੌਣ ਕਿੱਥੋਂ ਲੜੇਗਾ ਆਪ ਵੱਲੋਂ ਚੋਣ। ਆਪ ਵੱਲੋਂ ਦਾਖਾ ਤੋਂ ਅਮਨਦੀਪ ਸਿੰਘ ਮੋਹੀ, ਮੁਕੇਰੀਆ ਤੋਂ ਗੁਰਧਿਆਨ ਸਿੰਘ ਮੁਲਤਾਨੀ, ਫਗਵਾੜਾ ਤੋਂ ਸੰਤੋਖ ਕੁਮਾਰ ਭੋਗੀ ਤੇ ਜਲਾਲਾਬਾਦ ਤੋਂ ਮਹਿੰਦਰ ਸਿੰਘ ਕਚੂਰਾ ਜ਼ਮੀਨੀ ਚੋਣ ਲੜਨਗੇ। ਉਧਰ ਕਾਂਗਰਸ ਵੱਲੋਂ ਖੋਲੇ ਗਏ ਪੱਤੇ ਕੁਝ ਇਸ ਤਰ੍ਹਾਂ ਨੇ। ਹਲਕਾ ਦਾਖਾ ਤੋਂ ਸੰਦੀਪ ਸੰਧੂ, ਜਲਾਲਾਬਾਦ ਤੋਂ ਰਾਮ ਅਵਲਾ, ਮੁਕੇਰੀਆ ਤੋਂ ਬਿੰਦੂ ਬਾਲਾ ਤੇ ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ। ਦੱਸ ਦਈਏ ਕਿ ਬਲਵਿੰਦਰ ਸਿੰਘ ਧਾਲੀਵਾਲ IAS ਅਫਸਰ ਨੇ, ਜਿਨ੍ਹਾਂ ਨੇ ਫਗਵਾੜਾ ਤੋਂ ਜ਼ਿਮਨੀ ਚੋਣਾਂ ਲੜਨ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਅਕਾਲੀ ਦਲ ਦੇ ਪੱਤੇ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਹਲਕਾ ਦਾਖਾ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਵੱਲੋਂ ਮਨਪ੍ਰੀਤ ਸਿੰਘ ਇਲਾਈ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ। ਜ਼ਿਕਰ ਹੋ ਗਿਆ ਕਿ ਇਲਾਈ ਪਹਿਲਾਂ ਵੀ ਹਲਕਾ ਦਾਖਾ ਤੋਂ ਚੋਣ ਲੜ ਚੁੱਕੇ ਨੇ। ਇੱਥੇ ਤੁਹਾਨੂੰ ਇਹ ਦੱਸਣਾ ਪੈਂਦਾ ਹੈ ਕਿ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ ਤੇ 24 ਅਕਤੂਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇੱਕ ਪਾਸੇ ਜਿੱਥੇ ਇਹਨਾਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨੇ ਨੇ, ਉੱਥੇ ਹੀ ਇੱਕ ਅਜਿਹਾ ਇਨਸਾਨ ਵੀ ਹੈ ਜਿਹੜਾ ਕਿ ਹਮੇਸ਼ਾ ਹੀ ਆਪਣੇ ਵੱਖਰੇ ਤਰੀਕੇ ਨਾਲ ਆਜ਼ਾਦ ਖੜਨ ਕਾਰਨ ਸੁਰਖੀਆਂ 'ਚ ਰਹਿੰਦਾ। ਉਹ ਹੈ ਆਜ਼ਾਦ ਉਮੀਦਵਾਰ ਟੀਟੂ ਬਾਣੀਆ। ਜੀ ਹਾਂ, ਟੀਟੂ ਬਾਣੀਆ ਨੇ ਲੁਧਿਆਣੇ ਤੇ ਦਾਖਾ ਵਿਧਾਨ ਸਭਾ ਖੇਤਰ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਇਸ ਵਾਰ ਉਹ ਨਾਮਜ਼ਦਗੀ ਪੱਤਰ ਭਰਨ ਲਈ ਗਲ ਦੇ ਵਿੱਚ ਬਿਜਲੀ ਦਾ ਮੀਟਰ ਪਾ ਕੇ ਆਇਆ। ਦੇਖੋ ਮੇਰੇ ਮੁੱਦੇ ਹੀ ਮੈਂ ਸਰਕਾਰਾਂ ਦਾ ਜਲੂਸ ਕੱਢ ਰਿਹਾ ਵਾਂ। ਸਰਕਾਰਾਂ ਨੂੰ ਸਿਖਾ ਰਿਹਾ ਵੀ ਕੰਮ ਕਿਵੇਂ ਕਰੀਦੇ ਆ। ਬਿੱਲ ਤਾਂ ਆਉਂਦੇ 10-10 ਹਜ਼ਾਰ ਰੁਪਈਆ, ਤਨਖਾਹ ਬੰਦੇ 7 ਹਜ਼ਾਰ ਰੁਪਈਆ ਵਾ। ਹੁਣ ਬਿੱਲ ਭਰਾਵੇ ਕਿ ਰੋਟੀ ਖਾਵੇ। ਅਸੀਂ ਦੁਖੀ ਹੋਏ ਆ। ਗਰੀਬ ਵੀ, ਅਮੀਰ ਵੀ, ਫੈਕਟਰੀਆਂ ਵਾਲੇ ਵੀ ਦੁਖੀ ਨੇ। ਦੀਵਾਨਾ ਨਿਕਲਿਆ ਪਿਆ ਹੁੰਦੀ ਆ। ਬਾਕੀ ਸੂਬੇ ਵਿੱਚ ਸਸਤੀ ਆ। ਦਿੱਲੀ ਵਿੱਚ ਦੇਖੋ ਕਿੰਨੀ ਸਸਤੀ ਆ। ਕੇਜਰੀਵਾਲ ਨੇ ਕਿੰਨੀ ਸਸਤੀ ਕੀਤੀ ਪਈ ਆ। ਜਿਨ੍ਹਾਂ ਨੂੰ ਆ ਗਾਲਾਂ ਕੱਢਦੇ ਨੇ ਉਹਨਾਂ ਦੀ ਰੀਸ ਤਾਂ ਕਰਦੇ ਨਹੀਂ ਕਿਰਾ। ਇਸ ਕਰਕੇ ਮੈਂ ਕੈਪਟਨ ਸਰਕਾਰ ਨੂੰ ਬੇਨਤੀ ਕਰਦਾ ਵਾਂ, ਬਿਜਲੀ ਦੇ ਰੇਟ ਅੱਧੇ ਕੀਤੇ ਜਾਣ ਜੇ ਵੋਟਾਂ ਲੈਣੀਆਂ ਨੇ। ਜੇ ਅੱਧੇ ਕਰਦੇ ਆ ਤਾਂ ਮੈਂ ਉਹਨਾਂ ਸਾਥ ਦੇਣ ਨੂੰ ਤਿਆਰ ਹਾਂ।
ਤਵੀਜ ਪਾ ਕੇ ਗਲ 'ਚ ਆਏ ਸੀ, ਅੱਜ ਮੀਟਰ ਪਾ ਕੇ ਗਲ 'ਚ ਆਏ ਹੋ, ਮੁੱਦਾ ਬਦਲ ਗਿਆ ਜਾਂ ਫਿਰ ਜਿਹੜੀ ਜ਼ਮਾਨਤ ਜ਼ਬਤ ਹੋਈ ਉਹਦੇ ਕਰਕੇ ਮੁੱਦਾ ਤੁਸੀਂ ਬਦਲ ਲਿਆ? ਨਹੀਂ ਜੀ, ਨਹੀਂ ਜ਼ਮਾਨਤ ਜ਼ਬਤ ਦੀ ਪਰਵਾਹ ਨਹੀਂ ਹੈ ਟੀਟੂ ਬਾਣੀਆਂ ਨੂੰ। ਜ਼ਮਾਨਤ ਜ਼ਬਤ ਤਾਂ ਖਹਿਰਾ ਸਾਹਿਬ ਦੀ ਹੋਗੀ, ਕਹਿੰਦੇ ਹੀ ਨਹੀਂ। ਆ ਬੈਂਸਾਂ ਨੇ ਜਿੰਨੇ ਖੜੇ ਕੀਤੇ ਉਹਨਾਂ ਦੀ ਵੀ ਹੋਗੀ। ਜ਼ਮਾਨਤ ਜ਼ਬਤ ਦੀ ਨਹੀਂ ਆ। ਨਾਲੇ ਵੀਰੇ ਸੱਚੇ ਬੰਦੇ ਦੀ ਜ਼ਮਾਨਤ ਜ਼ਬਤ ਹੁੰਦੀ ਆ, ਕਦੇ ਗੁੰਡਿਆਂ ਦੀ ਜ਼ਮਾਨਤ ਜ਼ਬਤ ਹੁੰਦੀ ਦੇਖੀ ਆ? ਸੱਚੇ ਬੰਦੇ ਤੇ ਰਾਹ ਤੇ ਇਕੱਠ ਵੀ ਬਹੁਤ ਹੁੰਦਾ ਵਾ। ਆ ਕੱਲ੍ਹ ਨੂੰ ਪਰਸੋਂ ਨੂੰ ਕਾਗਜ਼ ਭਰਨ ਆਉਣਗੇ ਵੱਡੇ ਵੱਡੇ ਲੀਡਰ, ਇੱਥੇ ਪੁਲਿਸ ਮਿਲਾ ਤਾਂ ਵਧੀਆ ਇੱਥੇ ਕੰਮ ਹੋਣੇ ਸੀਗੇ। ਤੇ ਮੈਂ ਤਾਂ ਕਹਿੰਦਾ ਕੈਪਟਨ ਸਾਹਿਬ ਨੂੰ ਸਲਾਹਕਾਰ ਮੈਨੂੰ ਰੱਖੋ। ਜਿੰਨੀ ਸੰਦੀਪ ਸੰਧੂ ਨੂੰ ਤਨਖਾਹ ਦਿੰਦੇ ਅੱਧੀ ਦੇ ਦਿਓ, ਜਿੰਨੀ ਉਹਨੂੰ ਸਿਕਿਉਰਿਟੀ ਦਿੰਦੇ ਮੈਨੂੰ ਅੱਧੀ ਦੇ ਦਿਓ। ਉਹਨਾਂ ਦਾ ਜੇ 6 ਮਹੀਨੇ 'ਚ ਨਾਚ ਮੁਕਾਇਆ ਕੈਪਟਨ ਸਾਹਿਬ ਦਾ, ਆ ਮੁੱਛਾਂ ਨੂੰ ਬੱਟਾ ਕਰਾ ਟੀਟੂ ਬਾਣੀਆਂ ਫੇ ਕਹਿੰਦੇ ਬੈਂਸ ਸਾਹਿਬ ਦੀ ਗੱਲ ਕਰਦੇ ਹੋ। ਉਧਰ ਜਿਮਨੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਹਰ ਵਾਰ ਦੀ ਤਰ੍ਹਾਂ ਉਮੀਦਵਾਰਾਂ ਦਾ ਐਲਾਨ ਹੁੰਦਿਆਂ ਹੀ ਪਾਰਟੀ 'ਚੋਂ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਨੇ, ਜਿਸ ਦਾ ਰਿਜ਼ਲਟ ਖਤਰਨਾਕ ਹੋ ਸਕਦਾ ਹੈ। ਖਤਰਨਾਕ ਇਸ ਲਈ ਕਿਉਂਕਿ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਇਨ੍ਹਾਂ ਸੀਟਾਂ ਤੋਂ ਟਿਕਟ ਦੀ ਆਸ ਤੇ ਬੈਠੇ ਸੀਨੀਅਰ ਲੀਡਰ ਪਾਰਟੀ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ, ਜਿਸ ਦੇ ਚੱਲਦੇ ਪਾਰਟੀ 'ਚ ਵੱਡੀ ਫੁੱਟ ਪੈ ਸਕਦੀ ਹੈ। ਜਦੋਂ ਹੀ ਜਿਮਨੀ ਚੋਣਾਂ ਦਾ ਐਲਾਨ ਹੋਇਆ ਉਦੋਂ ਹੀ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਹਰ ਵਾਰ ਦੀ ਤਰ੍ਹਾਂ ਉਮੀਦਵਾਰਾਂ ਦਾ ਐਲਾਨ ਹੁੰਦਿਆਂ ਹੀ ਪਾਰਟੀ 'ਚੋਂ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ, ਜਿਸ ਦਾ ਨਤੀਜਾ ਕਾਂਗਰਸ ਨੂੰ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਪਾਰਟੀ ਨੇ ਇਹਨਾਂ 4 ਸੀਟਾਂ ਤੋਂ ਸਾਰੇ ਨਵੇਂ ਚਿਹਰੇ ਖੜੇ ਕੀਤੇ ਨੇ, ਜਿਸ ਦਾ ਰਿਜ਼ਲਟ ਖਤਰਨਾਕ ਵੀ ਹੋ ਸਕਦਾ ਹੈ। ਖਤਰਨਾਕ ਇਸ ਲਈ ਕਿਉਂਕਿ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਇਹਨਾਂ ਸੀਟਾਂ ਤੋਂ ਟਿਕਟ ਦੀ ਆਸ ਤੇ ਬੈਠੇ ਸੀਨੀਅਰ ਲੀਡਰ ਪਾਰਟੀ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ, ਜਿਸ ਦੇ ਚੱਲਦੇ ਪਾਰਟੀ 'ਚ ਕਾਫੀ ਵੱਡੀ ਫੁੱਟ ਪੈ ਸਕਦੀ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ 4 ਸੀਟਾਂ ਤੋਂ ਮੁਕੇਰੀਆ ਸੀਟ ਦਾ ਵਿਰੋਧ ਨਹੀਂ ਹੋ ਰਿਹਾ, ਕਿਉਂਕਿ ਇੱਥੋਂ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਉਹਨਾਂ ਦੀ ਪਤਨੀ ਇੰਦੂ ਬਾਲਾ ਨੂੰ ਟਿਕਟ ਦਿੱਤੀ ਹੈ, ਜਿਸ ਕਾਰਨ ਉਹਨਾਂ ਨੂੰ ਇੱਥੋਂ ਹਮਦਰਦੀ ਵੋਟ ਮਿਲਣਾ ਤੈਅ ਹੈ। ਇਸ ਲਈ ਇੱਥੋਂ ਕੋਈ ਵੀ ਵਿਰੋਧ ਨਹੀਂ ਕਰ ਰਿਹਾ। ਪਰ ਬਾਕੀ ਦੀਆਂ 3 ਸੀਟਾਂ ਤੇ ਕੈਪਟਨ ਦੇ ਸੀਨੀਅਰ ਲੀਡਰਾਂ ਦੀ ਨਾਰਾਜ਼ਗੀ ਦੇ ਕਾਲੇ ਬੱਦਲ ਮੰਡਰਾ ਰਹੇ ਨੇ। ਉਧਰ ਇਸ ਮਾਮਲੇ ਤੇ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ ਕੁਝ ਖਾਸੇ ਚਿੰਤਤ ਨਜ਼ਰ ਨਹੀਂ ਆ ਰਹੇ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਸਾਰੇ ਹਲਕਿਆਂ ਦੇ ਜ਼ਿਲ੍ਹੇ ਮੁਖੀਆਂ ਦੇ ਵਰਕਰਾਂ ਤੋਂ ਫੀਡਬੈਕ ਲੈਣ ਤੋਂ ਬਾਅਦ ਹੀ ਸਾਰੇ ਸੀਟਾਂ ਤੇ ਉਮੀਦਵਾਰ ਐਲਾਨ ਕੀਤੇ ਨੇ। ਜਿੱਥੋਂ ਤੱਕ ਕਿ ਪਾਰਟੀ ਦੇ ਨੇਤਾਵਾਂ ਦੀ ਨਾਰਾਜ਼ਗੀ ਦੀ ਗੱਲ ਹੈ, ਉਹ ਚੋਣ ਵਿੱਚ ਥੋੜੀ ਬਹੁਤ ਚੱਲਦੀ ਹੈ। ਉਹਨਾਂ ਸਾਰਿਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਨਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਮੰਚ ਤੇ ਲਿਆਂਦਾ ਜਾਵੇਗਾ ਤੇ ਪਾਰਟੀ ਸਾਰੀਆਂ 4 ਸੀਟਾਂ ਤੇ ਜਿੱਤ ਹਾਸਲ ਕਰੇਗੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਨਾਰਾਜ਼ ਕਿਹੜਾ ਲੀਡਰ ਹੈ। ਦਰਅਸਲ ਜਲਾਲਾਬਾਦ ਤੋਂ ਰਮਿੰਦਰ ਸਿੰਘ ਅਵਾਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਥੋਂ ਪਹਿਲਾਂ ਚੋਣ ਲੜ ਚੁੱਕੇ ਮਲਕੀਤ ਸਿੰਘ ਹੀਰਾ ਟਿਕਟ ਮਿਲਣ ਦੀ ਆਸ ਤੇ ਬੈਠੇ ਸੀ, ਪਰ ਉਹਨਾਂ ਦੀ ਉਮੀਦਾਂ ਤੇ ਪਾਣੀ ਫਿਰ ਗਿਆ, ਜਿਸ ਕਾਰਨ ਉਹ ਕਾਫੀ ਨਾਰਾਜ਼ ਨੇ। ਫਗਵਾੜਾ ਤੋਂ ਕਾਂਗਰਸ ਵੱਲੋਂ ਬਲਵਿੰਦਰ ਧਾਲੀਵਾਲ ਨੂੰ ਟਿਕਟ ਦਿੱਤੇ ਜਾਣ ਤੇ ਇਥੋਂ ਦੇ ਸਥਾਨਕ ਪਾਰਟੀ ਲੀਡਰ ਖੁਸ਼ ਨਹੀਂ। ਪਹਿਲਾਂ ਚੋਣ ਲੜ ਚੁੱਕੇ ਜੋਗਿੰਦਰ ਮਾਨ ਵੀ ਕਾਫੀ ਨਾਰਾਜ਼ ਨੇ। ਇਸੇ ਤਰ੍ਹਾਂ ਦਾਖਾ 'ਚ ਪਾਰਟੀ ਦੇ ਸੀਨੀਅਰ ਲੀਡਰ ਮੇਜਰ ਸਿੰਘ ਭੈਣੀ, ਅਮਰੀਕ ਸਿੰਘ ਆਲੀਵਾਲ ਤੇ ਖੰਗੂੜਾ ਪਰਿਵਾਰ ਕੈਪਟਨ ਸੰਦੀਪ ਸੰਧੂ ਨੂੰ ਟਿਕਟ ਤੋਂ ਨਾਰਾਜ਼ ਨੇ। ਹੁਣ ਇਹਨਾਂ ਬਗਾਵਤੀ ਸੁਰਾਂ ਦਾ ਚੋਣਾਂ ਤੇ ਅਸਰ ਹੁੰਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਕਾਂਗਰਸ ਪਾਰਟੀ 'ਚ ਫੁੱਟ ਦੇ ਕਾਲੇ ਬੱਦਲ ਮੰਡਰਾ ਰਹੇ ਨੇ। ਬਟਾਲਾ ਫੈਕਟਰੀ ਧਮਾਕੇ 'ਚ 22 ਸਤੰਬਰ ਨੂੰ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਦੋਸ਼ੀ ਰਮਨਦੀਪ ਸਿੰਘ ਰੋਮੀ ਨੇ ਬਟਾਲਾ ਦੀ ਅਦਾਲਤ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦਾ ਸੱਚ ਜਾਣਨ ਲਈ ਅਦਾਲਤ ਵੱਲੋਂ ਦੋਸ਼ੀ ਰਮਨਦੀਪ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ, ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਸਖਤੀ ਨਾਲ ਪੁੱਛਗਿੱਛ ਕਰ ਮਾਮਲੇ ਦੇ ਸੱਚ ਦੀ ਜਾਂਚ ਵਿੱਚ ਜੁੜ ਚੁੱਕੀ ਹੈ। ਬੀਤੇ ਕਈ ਦਿਨ ਪਹਿਲਾਂ ਬਟਾਲਾ 'ਚ ਇੱਕ ਅਜਿਹੀ ਘਟਨਾ ਘਟੀ ਸੀ ਜਿਸ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਸੀ। ਅਸੀਂ ਗੱਲ ਕਰ ਰਹੇ ਹਾਂ ਬਟਾਲਾ ਫੈਕਟਰੀ ਧਮਾਕੇ ਦੀ, ਜਿਸ ਨੇ ਕਾਫੀ ਲੋਕਾਂ ਦੀ ਜਾਨ ਲੈ ਲਈ ਤੇ ਕਾਫੀ ਜ਼ਿੰਦਗੀ ਮੌਤ ਵਿਚਕਾਰ ਲੜਨ ਲਈ ਮਜਬੂਰ ਕਰ ਦਿੱਤੇ। ਇਹ ਮਾਮਲਾ ਆਏ ਦਿਨ ਨਵਾਂ ਮੋੜ ਲੈਂਦਾ ਨਜ਼ਰ ਆ ਰਿਹਾ, ਪਰ ਹਾਲੇ ਤੱਕ ਧਮਾਕੇ ਦੇ ਅਸਲ ਕਾਰਨ ਦਾ ਪਤਾ ਨਹੀਂ ਲੱਗਿਆ। ਹਾਲਾਂਕਿ ਇਸ ਮਾਮਲੇ 'ਚ ਕਾਫੀ ਮੋੜ ਆਏ। ਪਹਿਲਾਂ ਬਟਾਲਾ ਪੁਲਿਸ ਨੇ ਘਟਨਾ ਦੇ ਆਧਾਰ ਤੇ ਪਟਾਕਾ ਫੈਕਟਰੀ ਦੇ ਮਾਲਕ ਪਰਿਵਾਰ ਖਿਲਾਫ ਕੇਸ ਦਰਜ ਕੀਤਾ ਸੀ ਤੇ ਫਿਰ ਇਸ ਦੇ ਵਿੱਚ ਜਾਂਚ ਤੋਂ ਬਾਅਦ ਮਾਲਕ ਦੇ ਪਰਿਵਾਰ ਦੇ ਮੈਂਬਰ ਰਮਨਦੀਪ ਸਿੰਘ ਰੋਮੀ ਨੂੰ ਨਾਮਜ਼ਦ ਕੀਤਾ ਗਿਆ ਸੀ, ਜੋ ਫੈਕਟਰੀ ਦੇ ਮ੍ਰਿਤਕ ਮਾਲਕ ਦਾ ਭਤੀਜਾ ਦੱਸਿਆ ਜਾ ਰਿਹਾ, ਜੋ ਘਟਨਾ ਵਾਲੇ ਦਿਨ ਤੋਂ ਹੀ ਫਰਾਰ ਸੀ। ਪਰ 22 ਸਤੰਬਰ ਨੂੰ ਇਸ ਮਾਮਲੇ ਨੇ ਨਵਾਂ ਮੋੜ ਉਸ ਸਮੇਂ ਲੈ ਲਿਆ ਜਦੋਂ ਰਮਨਦੀਪ ਨੇ ਬਟਾਲਾ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ। ਹੁਣ ਇਸ ਮਾਮਲੇ ਦਾ ਸੱਚ ਜਾਣਨ ਲਈ ਦੋਸ਼ੀ ਰਮਨਦੀਪ ਸਿੰਘ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਪੁਲਿਸ ਹਵਾਲੇ ਕੀਤਾ ਗਿਆ, ਜਿਸ ਬਾਰੇ ਥਾਣਾ ਬਟਾਲਾ ਦੇ ਐਸਪੀ ਸੂਬਾ ਸਿੰਘ ਨੇ ਦੱਸਿਆ ਕਿ ਦੋਸ਼ੀ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਸਾਡੇ ਇੱਥੇ ਜਿਹੜੀ ਮੱਧਭਾਗੀ ਘਟਨਾ ਹੋਈ ਸੀਗੀ, ਜਿਸ ਸੰਬੰਧੀ ਜਿਹੜਾ ਮੁਕੱਦਮਾ ਨੰਬਰ 185 5919 304 IPC ਦਰਜ ਰਜਿਸਟਰ ਕੀਤਾ ਗਿਆ ਸੀ, ਜਿਸ ਸੰਬੰਧੀ ਫੈਕਟਰੀ ਦੇ ਮਾਲਕਾਂ ਦਾ ਜੋ ਇੱਕ
ਕੰਮ ਕਰਨ ਵਾਲਾ ਸੀਗਾ ਰਮਨਜੀਤ ਸਿੰਘ ਉਰਫ ਰਮੀ son of ਪ੍ਰਵੇਲ ਸਿੰਘ, ਰਮਨਜੀਤ ਸਿੰਘ ਰੋਮੀ son of ਪ੍ਰਵੇਲ ਸਿੰਘ। ਉਹਨੂੰ ਕੱਲ੍ਹ ਜਿਹੜਾ ਵਾ ਪੇਸ਼ ਹੋਇਆ ਸੀ ਉਹ ਅਦਾਲਤ ਦੇ ਵਿੱਚ, ਉਹਨਾਂ ਦਾ 4 ਦਿਨ ਦੇ ਰਿਮਾਂਡ ਲਈ ਜਿਹੜਾ ਹੈ ਲਿਆਂਦਾ ਗਿਆ, ਜਿਸ ਤੋਂ ਹਰ ਪੱਖ ਤੋਂ ਜਿਹੜੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਏ। ਉਹ ਜੀ ਉਹਨੂੰ 4 ਦਿਨ ਦਾ ਪੋਸਟ ਰਿਮਾਂਡ ਜਿਹੜਾ ਲਿਆ ਤੇ ਉਸ ਤੋਂ ਹੋਰ ਡੂੰਘਾਈ ਨਾਲ ਜਿਹੜੀ ਪੁੱਛ ਪੜਤਾਲ ਹੋ ਰਹੀ ਹੈ ਕਿ ਇਹ ਜਿਹੜਾ ਐਡਾ ਵੱਡਾ ਧਮਾਕਾ ਕਿਸ ਕਾਰਨ ਕਰਕੇ ਹੋਇਆ। ਕਿਦਨ ਇਹ ਕੋਰਟ 'ਚ ਪੇਸ਼ ਹੋਇਆ ਆਪਣਾ ਆਸਵਾ ਪੰਜਰ ਨੇ? ਇਹ ਕੋਈ 2 ਦਿਨ ਪਹਿਲਾਂ ਹੋਇਆ ਸੀਗਾ ਤੇ ਵਿੱਚ ਸੰਡੇ ਆਉਣ ਕਰਕੇ ਕੱਲ੍ਹ ਹੀ ਅਸੀਂ ਜਿਹੜਾ ਲਿਆ ਵਾ ਰਿਮਾਂਡ 'ਚ। ਹੁਣ ਤੱਕ ਕੋਈ ਗੱਲ ਸਾਹਮਣੇ ਕੋਈ ਹੋਰ ਵਿੱਚ ਇਨਵੋਲਵ ਕੀਤਾ ਹੋਇਆ? ਨਹੀਂ, ਫਿਲਹਾਲ ਤੇ ਕਾਫੀ ਡੂੰਘਾਈ ਨਾਲ ਪੁੱਛ ਪੜਤਾਲ ਚੱਲਣ ਡਈ। ਪੱਦੀ ਸ਼ਬਦਾਵਲੀ ਕਾਰਨ ਵਿਵਾਦਾਂ 'ਚ ਫਸੇ ਪੰਜਾਬੀ ਗਾਇਕ ਗੁਰਦਾਸ ਮਾਨ ਕੈਨੇਡਾ ਤੋਂ ਭਾਰਤ ਪਹੁੰਚੇ, ਜਿੱਥੇ ਸਭ ਤੋਂ ਪਹਿਲਾਂ ਮਾਨ ਸਾਹਿਬ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚੇ। ਉੱਥੇ ਗੁਰਦਾਸ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਜੋ ਲੋਕ ਉਹਨਾਂ ਦੇ ਖਿਲਾਫ ਬੋਲਦੇ ਨੇ ਉਹ ਬੋਲੀ ਜਾਣ। ਦੇਖੋ ਪੂਰੀ ਖਬਰ। ਕੈਨੇਡਾ 'ਚ ਸ਼ੋਅ ਦੌਰਾਨ ਵਰਤੀ ਭੱਦੀ ਸ਼ਬਦਾਵਲੀ ਕਾਰਨ ਵਿਵਾਦਾਂ 'ਚ ਫਸੇ ਮਸ਼ਹੂਰ ਗਾਇਕ ਗੁਰਦਾਸ ਮਾਨ ਕੈਨੇਡਾ ਤੋਂ ਭਾਰਤ ਪਹੁੰਚੇ, ਜਿੱਥੇ ਉਹਨਾਂ ਦਾ ਮੀਡੀਆ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਉਹ ਵਾਪਸ ਆਉਣਗੇ ਤੇ ਆਪਣੇ ਬੋਲਾਂ ਦੀ ਸਫਾਈ ਦੇਣਗੇ। ਸਭ ਤੋਂ ਪਹਿਲਾਂ ਮਾਨ ਸਾਹਿਬ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ 'ਚ ਸ਼੍ਰੀ ਗੁਰੂ ਰਾਮਦਾਸ ਵਿਖੇ ਪਹੁੰਚੇ। ਉੱਥੇ ਗੁਰਦਾਸ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਜੋ ਲੋਕੀ ਉਹਨਾਂ ਦੇ ਖਿਲਾਫ ਬੋਲਦੇ ਨੇ ਬੋਲੀ ਜਾਣ। ਹੋਈ ਜਾਣ ਦੇ, ਕੋਈ ਗੱਲ ਨਹੀਂ, ਡੋਂਟ ਵਰੀ। ਪ੍ਰੋਬ ਜਿੰਨਾ ਮਰਜ਼ੀ ਹੋਈ ਸੀ ਆਪਣੇ ਬਿਆਨ ਤੇ ਕਾਇਮ ਹੋ ਤੇ ਬੱਤੀ ਵਾਲੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਬੱਤੀ ਗੱਡੀ ਤੇ ਵੀ ਹੋ ਸਕਦੀ ਹੈ ਤੇ ਹੋਰ ਕਿਤੇ ਵੀ, ਉਹ ਤਾਂ ਗੱਡੀ ਤੇ ਵੀ ਲੱਗਦੀ ਹੈ। ਹਾਂਜੀ ਹਾਂ। ਇਸ ਮੌਕੇ ਗੁਰਦਾਸ ਮਾਨ ਨੇ ਮੀਡੀਆ ਤੋਂ ਕਾਫੀ ਦੂਰੀ ਬਣਾਈ ਰੱਖੀ ਤੇ ਕਈ ਸਵਾਲਾਂ ਦਾ ਜਵਾਬ ਵੀ ਨਹੀਂ ਦਿੱਤਾ। ਇੱਥੇ ਜ਼ਿਕਰ ਹੋ ਗਿਆ ਕਿ ਗੁਰਦਾਸ ਮਾਨ ਨੂੰ ਕੈਨੇਡਾ ਦੀ ਧਰਤੀ ਤੇ ਪੰਜਾਬੀਆਂ ਦਾ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦੇਸ਼ਾਂ 'ਚ ਵੀ ਨਹੀਂ ਬਲਕਿ ਪੰਜਾਬ 'ਚ ਵੀ ਕਾਫੀ ਲੋਕ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਨੇ ਤੇ ਕਈ ਉਹਨਾਂ ਦੇ ਹੱਕ 'ਚ ਉਤਰੇ ਨਜ਼ਰ ਆਏ ਨੇ। ਪਿਛਲੇ ਦਿਨੀ ਕਾਂਗਰਸ ਦੇ ਲੀਡਰ ਰਾਜਾ ਵੜਿੰਗ ਵੀ ਉਹਨਾਂ ਦੇ ਹੱਕ 'ਚ ਬੋਲਦੇ ਨਜ਼ਰ ਆਏ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਹੋਰ ਕੀ ਨਵਾਂ ਮੋੜ ਆਵੇਗਾ, ਪਰ ਮਾਨ ਸਾਹਿਬ ਆਪਣੇ ਦਿੱਤੇ ਬਿਆਨ ਤੇ ਕਹੀਆਂ ਗੱਲਾਂ ਤੇ ਕਾਇਮ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।